ਗੁੱਡ ਆਫਟਰਨੂਨ ਸਟੂਡੈਂਟਸ। ਅੱਜ ਆਪਾਂ ਕਰਨਾ ਹੈ ਕਰੀਕੁਲਮ ਡਿਵੈਲਪਮੈਂਟ। ਤਾਂ ਆਪਣਾ ਜਿਹੜਾ ਮੇਨ ਟੌਪਿਕ ਹੈ ਉਹ ਹੈ ਕੰਸੈਪਟ ਆਫ ਕਰੀਕੁਲਮ ਡਿਵੈਲਪਮੈਂਟ। ਤਾਂ ਆਪਾਂ ਹੁਣ ਤੱਕ ਕੀਤਾ ਹੈ ਕਿ ਕਰੀਕੁਲਮ ਕੀ ਹੈ। ਕਰੀਕੁਲਮ ਉਹ ਹੈ ਜਿਸ ਦੇ ਵਿੱਚ ਸਾਡੇ ਜਿਹੜੇ ਸਿੱਖਿਅਕ ਉਦੇਸ਼ ਨੇ ਉਹਨਾਂ ਦੀ ਪ੍ਰਾਪਤੀ ਹੈ ਜਿਹੜੀ ਉਹ ਸਾਨੂੰ ਹੁੰਦੀ ਹੈ। ਤਾਂ ਕਰੀਕੁਲਮ ਡਿਵੈਲਪਮੈਂਟ ਹੈ ਜਿਹੜਾ ਇਸ ਦੀ ਪਲੈਨਿੰਗ ਹੈ ਜਿਹੜੀ ਉਹ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਵਿਦਿਆਰਥੀ ਨੂੰ ਉਸ ਦੇ ਸਿੱਖਿਅਕ ਉਦੇਸ਼ਾਂ ਦੀ ਪ੍ਰਾਪਤੀ ਹੋ ਸਕੇ ਅਤੇ ਸਮਾਜ ਦੇ ਵਿੱਚ ਜਿਹੜੀਆਂ ਸਮਾਜ ਦੀਆਂ ਕਦਰਾਂ ਕੀਮਤਾਂ ਨੇ ਤਾਂ ਸਮਾਜ ਦੇ ਵਿੱਚ ਜਿਹੜਾ ਵਿਦਿਆਰਥੀ ਹੈ ਉਹ ਐਡਜਸਟਮੈਂਟ ਕਰਨ ਦੇ ਯੋਗ ਹੋ ਸਕੇ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹ ਕਰੀਕੁਲਰ ਜਿਹੜਾ ਕਰੀਕੁਲਮ ਹੈ ਉਸ ਦੇ ਵਿੱਚ ਸ਼ਾਮਲ ਕੀਤੀਆਂ ਹੁੰਦੀਆਂ ਨੇ। ਤਾਂ ਆਪਾਂ ਕਰਨਾ ਹੈ ਕਿ ਕੰਸੈਪਟ ਆਫ ਕਰੀਕੁਲਮ ਡਿਵੈਲਪਮੈਂਟ ਜਿਹੜਾ ਪਾਠਕ੍ਰਮ ਦਾ ਨਿਰਮਾਣ ਹੈ, ਜੋ ਪਾਠਕ੍ਰਮ ਬਣਾਇਆ ਜਾਂਦਾ ਹੈ ਉਸ ਦਾ ਜਿਹੜਾ ਸੰਗਠਨ ਹੈ ਉਸ ਨੂੰ ਲਾਗੂ ਕਰਨ ਦਾ ਜਿਹੜਾ ਮਕਸਦ ਇਹ ਹੈ ਕਿ ਉਸ ਦੇ ਵਿੱਚ ਵਿਦਿਆਰਥੀ ਨੂੰ ਉਸ ਦੇ ਸਿੱਖਿਅਕ ਉਦੇਸ਼ਾਂ ਦੀ ਪ੍ਰਾਪਤੀ ਹੋ ਸਕੇ ਅਤੇ ਜਿਹੜਾ ਇਹ ਕਰੀਕੁਲਮ ਹੈ ਉਹ ਵਿਦਿਆਰਥੀ ਨੂੰ ਸੁਤੰਤਰ ਜੀਵਨ ਦੇਣ ਅਤੇ ਉਸ ਦੀਆਂ ਯੋਗਤਾਵਾਂ ਨੂੰ ਬਾਹਰ ਕੱਢਣ ਵੱਲ ਜਿਹੜਾ ਅੱਗੇ ਵਧਾਉਂਦਾ ਰਹੇ। ਤਾਂ ਅਲੱਗ-ਅਲੱਗ ਜਿਹੜੇ ਵਿਦਵਾਨ ਨੇ ਉਹਨਾਂ ਦੁਆਰਾ ਇਸ ਦੀਆਂ ਜਿਹੜੀਆਂ ਡੈਫੀਨੇਸ਼ਨਸ ਨੇ ਉਹ ਦਿੱਤੀਆਂ ਗਈਆਂ ਨੇ। ਤਾਂ ਕੈਨੇਡੀਅਨ ਵਿਸ਼ਵ ਕੋਸ਼ ਦੇ ਅਨੁਸਾਰ ਪਾਠਕ੍ਰਮ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਇਸ ਤਰ੍ਹਾਂ ਦਿੱਤੀ ਹੈ ਕਿ ਸਕੂਲ ਦੇ ਪ੍ਰੋਗਰਾਮ ਦੇ ਅਧਿਐਨ ਦੇ ਕੋਰਸ ਤੋਂ ਜਿਵੇਂ ਪ੍ਰਤੀਬਿੰਬਤ ਹੁੰਦਾ ਹੈ ਸਕੂਲ ਵਿੱਚ ਜੋ ਪੜ੍ਹਾਇਆ ਅਤੇ ਸਿੱਖਿਆ ਜਾਣਾ ਹੈ ਬਾਰੇ ਕਰਮਬੱਧ ਢੰਗ ਨਾਲ ਜਿਹੜਾ ਨਿਯੋਜਨ ਹੈ ਉਹ ਕੀਤਾ ਜਾਂਦਾ ਹੈ। ਅਤੇ ਸੈਕਿੰਡ ਜਿਹੜੀ ਡੈਫੀਨੇਸ਼ਨ ਹੈ ਉਹ ਹੈ ਔਰਨਸਟੀਨ ਅਤੇ ਹਾਕਿੰਸ ਦੀ। ਤਾਂ ਪਾਠਕ੍ਰਮ ਦਾ ਜਿਹੜਾ ਨਿਰਮਾਣ ਹੈ ਇਹ ਸੰਚਾਰ ਕਰਦਾ ਹੈ ਕਿ ਪਾਠਕ੍ਰਮ ਦੀ ਰਚਨਾ ਵਿੱਚ ਕਿਸ ਤਰ੍ਹਾਂ ਅਤੇ ਕਿਹੜੇ ਵਿਭਿੰਨ ਲੋਕ ਪ੍ਰਕਿਰਿਆਵਾਂ ਅਤੇ ਢੰਗ ਸ਼ਾਮਲ ਨੇ। ਤਾਂ ਰੋਜਰਜ਼ ਅਤੇ ਟੇਲਰ ਹੈ ਜਿਹੜਾ ਉਹ ਪਾਠਕ੍ਰਮ ਨਿਰਮਾਣ ਉਹਨਾਂ ਸਾਰੇ ਢੰਗਾਂ ਦੀ ਵਿਆਖਿਆ ਕਰਦੀ ਹੈ ਜਿਨ੍ਹਾਂ ਦੁਆਰਾ ਅਧਿਆਪਨ ਜਾਂ ਸਿਖਲਾਈ ਸੰਗਠਨ ਜਾਂ ਸਿੱਖਣ ਦੀਆਂ ਯੋਜਨਾਵਾਂ ਬਣਾਉਂਦੇ ਅਤੇ ਅਗਵਾਈ ਕਰਦੇ ਨੇ। ਤਾਂ ਇਸ ਤਰ੍ਹਾਂ ਜਿਹੜਾ ਪਾਠਕ੍ਰਮ ਹੈ ਉਸ ਦੇ ਵਿੱਚ ਸਿੱਖਿਆ ਸਮੂਹ ਵਿੱਚ ਜਾਂ ਵਿਅਕਤੀਗਤ ਸਿਖਿਆਰਥੀਆਂ ਨਾਲ ਵੀ ਹੋ ਸਕਦੀ ਹੈ। ਇਹ ਜਿਹੜੀ ਸਿੱਖਿਆ ਹੈ ਉਹ ਸ਼੍ਰੇਣੀ ਦੇ ਅੰਦਰ ਵੀ ਹੋ ਸਕਦੀ ਹੈ ਅਤੇ ਕਿਸੇ ਸਮਾਜ ਦੇ ਅੰਦਰ ਰਹਿ ਕੇ ਵੀ ਅਸੀਂ ਇਹ ਜਿਹੜੀ ਉਦੇਸ਼ ਨੇ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹਾਂ। ਇਹ ਸਿੱਖਿਆ ਅਧਿਆਪਨ ਅਤੇ ਸਿੱਖਣ ਪ੍ਰਕਿਰਿਆ ਦਾ ਜਿਹੜੀ ਕੇਂਦਰ ਹੈ ਉਹ ਹੁੰਦੀ ਹੈ। ਤਾਂ ਆਪਾਂ ਇਸ ਦੇ ਵਿੱਚ ਕਰਦੇ ਹਾਂ ਕਿ ਪਾਠਕ੍ਰਮ ਨਿਰਮਾਣ ਦੇ ਵਿੱਚ ਕਿਹੜੇ ਤੱਤ ਨੇ ਜਿਹੜੇ ਉਹ ਸ਼ਾਮਲ ਕੀਤੇ ਨੇ। ਕਿ ਸਿੱਖਣ ਦੀ ਲੋੜ ਹੈ, ਇਸ ਦੇ ਵਿੱਚ ਕਿਹੜੇ ਸਿੱਖਣ ਉਦੇਸ਼ਾਂ ਨੂੰ ਸ਼ਾਮਲ ਕੀਤਾ ਜਾਣਾ ਹੈ। ਸਾਵਧਾਨੀ ਨਾਲ ਸਿਖਲਾਈ ਦੀ ਯੋਜਨਾ ਬਣਾਉਣੀ ਤਾਂ ਕਿ ਸਿੱਖਿਆ ਜਿਹੜਾ ਸਿੱਖਣ ਵਾਪਰ ਸਕੇ। ਸਿਖਲਾਈ ਪ੍ਰਦਾਨ ਕਰਨੀ ਤਾਂ ਜੋ ਸਿੱਖਣ ਹੋ ਸਕੇ। ਸਿਖਲਾਈ ਦਾ ਮੁਲਾਂਕਣ ਅਤੇ ਇਵੈਲੂਏਸ਼ਨ ਹੋ ਸਕੇ ਤਾਂ ਕਿ ਸਾਨੂੰ ਸਿੱਖਣ ਦੇ ਵਿੱਚ ਆ ਰਹੀਆਂ ਜਿਹੜੀਆਂ ਵੀਕਨੈਸ ਨੇ ਉਹਨਾਂ ਤੋਂ ਅਸੀਂ ਜਾਣੂ ਹੋ ਸਕੀਏ। ਤਾਂ ਆਪਾਂ ਕਰ ਰਹੇ ਹਾਂ ਇਹ ਸਾਈਕਲਿੰਗ ਪ੍ਰੋਸੈਸ ਕਿ ਇੱਕ ਚੱਕਰਦਾਰ ਜਿਹੜੀ ਪ੍ਰਕਿਰਿਆ ਹੁੰਦੀ ਹੈ ਪਾਠਕ੍ਰਮ ਦੀ ਉਸ ਦੇ ਵਿੱਚ ਕੀ ਸ਼ਾਮਲ ਹੁੰਦਾ। ਤਾਂ ਇੱਕ ਚੱਕਰਦਾਰ ਜਿਹੜੀ ਪ੍ਰਕਿਰਿਆ ਹੈ ਇਸ ਜਿਹੜੀ ਇੱਕ ਸਿੱਖਣਾ ਹੈ ਉਹ ਇੱਕ ਮਤਲਬ ਕਿ ਲਾਈਫ ਦੀ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਕਿ ਜੀਵਨ ਭਰ ਚੱਲਦੀ ਰਹਿੰਦੀ ਹੈ। ਅਸੀਂ ਕੁਛ ਵੀ ਕਿਤੋਂ ਵੀ ਸਿੱਖ ਸਕਦੇ ਹਾਂ ਤਾਂ ਇਹ ਸਿੱਖਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਕਦੇ ਵੀ ਨਹੀਂ ਖਤਮ ਹੋ ਸਕਦੀ। ਤਾਂ ਅਧਿਆਪਨ ਦਾ ਨਤੀਜਾ ਵਿਦਿਆਰਥੀਆਂ ਦੀ ਸਿੱਖਣ ਪ੍ਰਾਪਤੀਆਂ ਤੋਂ ਜਾਣਿਆ ਜਾਂਦਾ ਹੈ। ਉਦੇਸ਼ਾਂ ਦਾ ਜਿਹੜਾ ਇਵੈਲੂਏਸ਼ਨ ਹੈ ਉਹ ਸਿਖਿਆਰਥੀ ਦੇ ਵਿਦਿਆਰਥੀ ਦਾ ਉਸ ਦੇ ਵਿੱਚ ਕੀ ਜਿਹੜਾ ਪਰਿਵਰਤਨ ਆਇਆ ਹੈ। ਤਾਂ ਇਹਨਾਂ ਸਿੱਖਿਅਕ ਉਦੇਸ਼ਾਂ ਦੀ ਜਿਹੜੀ ਪ੍ਰਾਪਤੀ ਹੈ ਉਹ ਇਹਨਾਂ 4 ਕੇਂਦਰ ਬਿੰਦੂਆਂ 'ਤੇ ਘੁੰਮਦੀ ਹੈ। ਸਭ ਤੋਂ ਪਹਿਲਾਂ ਹੈ ਟੀਚਿੰਗ ਆਬਜੈਕਟਿਵਸ। ਟੀਚਿੰਗ ਦੇ ਉਦੇਸ਼ ਕੀ ਨੇ, ਟੀਚਿੰਗ ਕਰਨ ਦੇ ਮੈਥਡ ਕੀ ਨੇ ਅਤੇ ਉਸ ਤੋਂ ਬਾਅਦ ਕੀ ਹੈ ਐਗਜ਼ਾਮੀਨੇਸ਼ਨ ਜਿਹਦੇ ਵਿੱਚ ਤੁਹਾਡੀ ਇਵੈਲੂਏਸ਼ਨ ਅਤੇ ਉਸ ਤੋਂ ਬਾਅਦ ਜਿਹੜਾ ਫੀਡਬੈਕ ਹੈ ਉਹ ਆਉਂਦਾ। ਅਤੇ ਆਪਾਂ ਨੈਕਸਟ ਕਰਦੇ ਹਾਂ ਕਿ ਅਧਿਆਪਨ ਉਦੇਸ਼ ਕੀ ਹੈ। ਪੜ੍ਹਾਏ ਜਾਣ ਵਾਲੇ ਵਿਸ਼ਾ ਵਸਤੂ ਨੂੰ ਧਿਆਨ ਵਿੱਚ ਰੱਖਦੇ ਹੋਏ 3 ਪ੍ਰਕਾਰ ਦੇ ਅਧਿਆਪਨ ਉਦੇਸ਼ ਪਛਾਣੇ ਜਾਂਦੇ ਨੇ: ਗਿਆਨਾਤਮਕ, ਭਾਵਨਾਤਮਕ ਅਤੇ ਮਨੋਸੇਧਕ। ਭਾਵ ਕਿ ਵਿਦਿਆਰਥੀ ਦੀਆਂ ਜਿਹੜੀਆਂ ਲੋੜਾਂ ਨੇ ਜਾਂ ਉਹਨਾਂ ਦੀਆਂ ਨੀਡਸ ਨੇ ਉਹਨਾਂ ਦੀਆਂ ਡਿਮਾਂਡਸ ਨੇਗੀਆਂ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਇਹ ਇੱਕ ਅਧਿਆਪਨ ਹੈ ਜਿਹੜਾ ਉਹਦਾ ਉਦੇਸ਼ ਹੈ ਜਿਹੜਾ ਉਹ ਮਿੱਥਿਆ ਜਾਂਦਾ ਹੈ। ਉਸ ਤੋਂ ਬਾਅਦ ਅਧਿਆਪਨ ਵਿਧੀਆਂ, ਟੀਚਿੰਗ ਮੈਥਡ ਕਿਹੋ ਜਿਹੇ ਨੇ। ਜਿਹੜਾ ਇੱਕ ਅਧਿਆਪਕ ਹੈ ਅਧਿਆਪਨ ਕਰਵਾ ਰਿਹਾ ਹੈ ਉਹ ਅਧਿਆਪਨ ਕਰਵਾਉਂਦੇ ਸਮੇਂ ਕਿਹੋ ਜਿਹੀਆਂ ਜਿਹੜੇ ਟੀਚਿੰਗ ਮੈਥਡ ਨੇ ਉਹ ਯੂਜ਼ ਕਰ ਰਿਹਾ। ਤਾਂ ਨੈਕਸਟ ਹੈ
ਇਵੈਲੂਏਸ਼ਨ, ਪ੍ਰੋਸੈਸ ਆਫ ਇਵੈਲੂਏਸ਼ਨ, ਜੋ ਕਿ ਅਸੀਂ ਤੁਹਾਡੇ ਐਗਜ਼ਾਮੀਨੇਸ਼ਨ ਦੇ ਜ਼ਰੀਏ ਤਾਂ ਤੁਹਾਡੇ ਕਲਾਸ ਟੈਸਟ ਦੇ ਜ਼ਰੀਏ ਕਿਸੇ ਵੀ ਤਰ੍ਹਾਂ ਦਾ ਕੋਈ ਇਵੈਲੂਏਸ਼ਨ ਹੈ ਜਿਹੜਾ ਉਹ ਕਰਦੇ ਹਾਂ, ਉਸ ਦੇ ਵਿੱਚ ਕੀ ਹੈ ਤੁਹਾਡਾ ਮੁਲਾਂਕਣ ਹੈ ਜਿਹੜਾ ਉਹ ਸ਼ਾਮਲ ਹੈ। ਫੀਡਬੈਕ, ਤਾਂ ਉਸ ਤੋਂ ਬਾਅਦ ਉਸ ਅਧਿਆਪਕ ਨੂੰ ਮੁਲਾਂਕਣ ਤੋਂ ਬਾਅਦ ਜੋ ਫੀਡਬੈਕ ਪ੍ਰਾਪਤ ਹੁੰਦੀ ਹੈ ਕਿ ਵਿਦਿਆਰਥੀਆਂ ਦੇ ਵਿੱਚ ਕੀ ਕਮੀਆਂ ਨੇ, ਉਹਨਾਂ ਕਮੀਆਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ। ਤਾਂ ਪਾਠਕ੍ਰਮ ਦੇ ਜਿਹੜੇ ਇਹ ਬੁਨਿਆਦੀ ਭਾਗ ਨੇ, ਜਿਹਦੇ ਵਿੱਚ ਟੀਚਿੰਗ ਲਰਨਿੰਗ ਆਬਜੈਕਟਿਵ ਆ ਗਏ, ਟੀਚਿੰਗ ਕੰਟੈਂਟ ਆ ਗਿਆ, ਟੀਚਿੰਗ ਮੈਥਡ ਆ ਗਏ ਅਤੇ ਇਵੈਲੂਏਸ਼ਨ ਲਰਨਿੰਗ। ਤਾਂ ਉਦੇਸ਼ ਕੀ ਆ? ਉਦੇਸ਼ ਕੀ ਹੈ ਕਿ ਵਿਸ਼ੇ ਦੀ ਵਿਸ਼ੇ ਵਸਤੂ ਦੀ ਸੰਰਚਨਾ ਨੂੰ ਵਿਦਿਆਰਥੀਆਂ ਦੇ ਪੱਧਰ ਤੇ ਪ੍ਰੀਖਿਆ ਦੀ ਭਾਗਤ ਕਿਸਮ ਦਾ ਅਧਿਐਨ ਅਤੇ ਸਿੱਖਣ ਦੇ ਉਦੇਸ਼ਾਂ ਲਈ ਦੀ ਪਛਾਣ ਲਈ ਧਿਆਨ ਵਿੱਚ ਰੱਖਿਆ ਜਾਂਦਾ। ਭਾਵ ਕਿ ਸਿੱਖਣ ਦੇ ਉਦੇਸ਼ ਕੀ ਨੇ, ਉਹਨਾਂ ਉਦੇਸ਼ਾਂ ਦੀ ਪ੍ਰਾਪਤੀ ਕਿਵੇਂ ਦਾ ਵਿਸ਼ਾ ਹੈ ਜਿਹੜਾ ਉਹ ਸਿੱਖਣ ਦੇ ਲਈ ਆਪਾਂ ਕਰੀਕੁਲਮ ਦੇ ਵਿੱਚ ਸ਼ਾਮਲ ਕਰਨਾ ਹੈ। ਵਿਸ਼ਾ ਵਸਤੂ, ਕਿਸੇ ਵਿਸ਼ਾ ਵਸਤੂ ਆਮ ਤੌਰ 'ਤੇ ਵਿਆਪਕ ਹੁੰਦਾ ਹੈ, ਜਿਸ ਦੇ ਵਿੱਚ ਕਿਸੇ ਵੀ ਕੋਈ ਤਤਕਾਲੀ ਸਮੱਸਿਆ ਜਾਂ ਕਿਸੇ ਅਧਿਆਪਨ ਤਰਕ ਦੀ ਵਿਧੀ ਦੇ ਆਧਾਰ 'ਤੇ ਕੋਈ ਜਿਹੜਾ ਵਿਸ਼ਾ ਹੈ ਉਹ ਸ਼ਾਮਲ ਕੀਤਾ ਜਾਂਦਾ ਹੈ। ਨੈਕਸਟ ਹੈ ਅਧਿਆਪਕ ਰਣਨੀਤੀ, ਕਿ ਅਧਿਆਪਕ ਹੈ ਜਿਹੜਾ ਉਸ ਸਿੱਖਣ ਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕਰ ਰਿਹਾ, ਕਿਸ ਤਰੀਕੇ ਨਾਲ ਵਿਦਿਆਰਥੀ ਨੂੰ ਸਿਖਾ ਰਿਹਾ। ਤਾਂ ਨੈਕਸਟ ਹੈ ਮੁਲਾਂਕਣ। ਮੁਲਾਂਕਣ ਦੇ ਵਿੱਚ ਕੀ ਹੈ ਕਿ ਵਿਦਿਆਰਥੀ ਦਾ ਜਿਹੜਾ ਇਵੈਲੂਏਸ਼ਨ ਹੈ ਉਹ ਕੀਤਾ ਜਾਂਦਾ ਹੈ। ਤਾਂ ਨੈਕਸਟ ਹੈ ਕਰੀਕੁਲਮ ਦੇ ਵਿੱਚ ਪਾਠਕ੍ਰਮ ਕਾਰਜ ਪ੍ਰਬੰਧ, ਅਦਾਇਗੀ ਅਤੇ ਪਾਠਕ੍ਰਮ ਵਿਕਾਸ। ਜਿਹੜਾ ਮੈਨੇਜਮੈਂਟ ਆਫ ਕਰੀਕੁਲਮ ਹੈ, ਇਸ ਦੇ ਵਿੱਚ IK ਡੇਵਿਸ ਇਹਨੇ ਇਸ ਲਈ ਅਧਿਆਪਨ ਸਿੱਖਣ ਦਾ ਪ੍ਰਬੰਧ ਕਰਨਾ ਅਤੇ ਅਧਿਆਪਕ ਇੱਕ ਪ੍ਰਬੰਧਕ ਵਜੋਂ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ ਕਿ ਜਿਹੜਾ ਅਧਿਆਪਕ ਹੈ ਉਹ ਇੱਕ ਪ੍ਰਬੰਧਕ ਹੈ ਜੋ ਪ੍ਰਬੰਧ ਕਰਦਾ ਹੈ ਕਿ ਉਸ ਨੇ ਜਿਹੜੇ ਸਿੱਖਣ ਉਦੇਸ਼ ਨੇ ਉਹਨਾਂ ਦੀ ਪ੍ਰਾਪਤੀ ਕਿਸ ਤਰ੍ਹਾਂ ਵਿਦਿਆਰਥੀਆਂ ਨੂੰ ਕਰਾਉਣੀ ਹੈ। ਤਾਂ ਇਸ ਤਰ੍ਹਾਂ ਇਸ ਪਾਠਕ੍ਰਮ ਦੇ ਪ੍ਰਬੰਧ ਜਾਂ ਕਾਰਜ ਦੇ ਪ੍ਰਬੰਧ ਦੇ ਵਿੱਚ ਹੇਠ ਲਿਖੇ ਜਿਹੜੇ ਕਦਮ ਨੇ ਉਹ ਵਰਤੇ ਗਏ ਨੇ। ਸਭ ਤੋਂ ਪਹਿਲਾਂ ਪਲੈਨਿੰਗ, ਕਿ ਪਲੈਨਿੰਗ ਹੋਣਾ ਜ਼ਰੂਰੀ ਹੈ ਕਿ ਪਾਠਕ੍ਰਮ ਜਾਂ ਵਿਦਿਆਰਥੀ ਨੂੰ ਕੀ ਪੜ੍ਹਾਉਣਾ ਹੈ, ਉਸਦੇ ਸਿੱਖਿਅਕ ਉਦੇਸ਼ਾਂ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਣੀ ਹੈ। ਆਰਗੇਨਾਈਜੇਸ਼ਨ, ਪ੍ਰਸ਼ਾਸਨ, ਗਾਈਡਿੰਗ ਜਾਂ ਉਸ ਤੋਂ ਬਾਅਦ ਕੰਟਰੋਲਿੰਗ ਜਾਂ ਫੀਡਬੈਕ, ਜਿਹੜੇ ਕਿ ਵਿਦਿਆਰਥੀ ਨੇ ਕੀ ਸਿੱਖਿਆ ਉਸ ਦੀ ਜਿਹੜੀ ਫੀਡਬੈਕ ਹੈ ਉਹ ਪ੍ਰਾਪਤ ਕਰਨੀ। ਤਾਂ ਇਸ ਤਰ੍ਹਾਂ ਪਾਠਕ੍ਰਮ ਵਿਕਾਸ ਦੇ ਵਿੱਚ ਜਦੋਂ ਪਾਠਕ੍ਰਮ ਬਣਾਇਆ ਜਾਂਦਾ ਹੈ ਤਾਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਉਹ ਬਣਾਈਆਂ ਜਾਂਦੀਆਂ ਨੇ, ਜੋ ਕਿ ਸਕੂਲ ਪੱਧਰ ਜਾਂ ਯੂਨੀਵਰਸਿਟੀ ਪੱਧਰ 'ਤੇ ਜਿਹੜਾ ਪਾਠਕ੍ਰਮ ਹੈ ਉਹ ਬਣਾਉਂਦੀਆਂ ਨੇ ਅਤੇ ਪਾਠਕ੍ਰਮਾਂ ਦਾ ਨਿਰਮਾਣ ਹੈ ਜਿਹੜਾ ਉਹ ਕਰਦੀਆਂ ਨੇ। ਤਾਂ ਕਰੀਕੁਲਮ ਡਿਵੈਲਪਮੈਂਟ ਕੀ ਹੈ? ਤਾਂ ਸਿੱਖਿਆ ਕੀ ਹੈ? ਇੱਕ ਅਜਿਹਾ ਸਿਸਟਮ ਹੈ ਜਿਸ ਦੇ ਵਿੱਚ ਕੀ ਹੈ ਕਿ ਹਰੇਕ ਵਿਵਸਥਾ ਜਾਂ ਉਪ ਵਿਵਸਥਾ ਨੂੰ ਸੁਧਾਰ ਕਰਨ ਦੀ ਜਿਹੜੀ ਲੋੜ ਹੈ, ਸਮੇਂ ਦੀ ਜਿਹੜੀ ਮੰਗ ਹੈ ਉਸ ਦੇ ਅਨੁਸਾਰ ਇਸ ਦੇ ਵਿੱਚ ਜਿਹੜਾ ਪਰਿਵਰਤਨ ਹੈ ਉਹ ਕੀਤਾ ਜਾਂਦਾ ਹੈ। ਪਾਠਕ੍ਰਮ ਦੇ ਵਿੱਚ ਸੁਧਾਰ ਕੀਤੇ ਜਾਂਦੇ ਨੇ ਕਿ ਕਿਸ ਤਰ੍ਹਾਂ ਦੀਆਂ ਵਿਦਿਆਰਥੀ ਦੀਆਂ ਲੋੜਾਂ ਨੇ, ਤਾਂ ਉਸ ਨੂੰ ਮੁੱਖ ਰੱਖ ਕੇ ਜਿਹੜਾ ਇਹ ਪਾਠਕ੍ਰਮ ਹੈ ਉਹ ਬਣਾਇਆ ਜਾਂਦਾ ਹੈ। ਤਾਂ ਰਾਸ਼ਟਰੀ ਅਧਿਆਪਕ ਸਿੱਖਿਆ ਕੌਂਸਲ, ਜੋ ਕਿ ਅਧਿਆਪਕਾਂ ਦੀ ਟ੍ਰੇਨਿੰਗ ਨਾਲ ਸੰਬੰਧਿਤ ਇਹ ਇੱਕ ਸੰਸਥਾ ਹੈ, ਇਸ ਨੇ 1995 ਦੇ ਵਿੱਚ BEd ਦੇ ਪਾਠਕ੍ਰਮ ਦੀ ਯੋਜਨਾਵਲੀ ਦੇ ਕਾਰਜ ਪ੍ਰਬੰਧ ਤਿਆਰ ਕੀਤਾ ਅਤੇ 2 ਸਾਲ ਵਿੱਚੋਂ ਇਹ ਮਹਿਸੂਸ ਕੀਤਾ ਗਿਆ ਕਿ ਇਸ ਵਿੱਚ ਪਾਠਕ੍ਰਮ ਵਿਕਾਸ ਨੂੰ ਸੋਧਣ ਦੀ ਲੋੜ ਹੈ। ਤਾਂ ਇਸ ਦੇ ਵਿੱਚ ਜਿਹੜਾ ਸੁਧਾਰ ਹੈ ਉਹ ਕੀਤਾ ਗਿਆ, ਇਸ ਪਾਠਕ੍ਰਮ ਦੇ ਵਿੱਚ ਇੰਪਰੂਵਮੈਂਟ ਹੈ ਜਿਹੜੀ ਉਹ ਕੀਤੀ ਗਈ। ਤਾਂ ਇਸ ਤੋਂ ਅੱਗੇ ਹੈਗਾ ਫੀਚਰਸ ਕੀ ਨੇ ਕਰੀਕੁਲਮ ਡਿਵੈਲਪਮੈਂਟ ਦੀਆਂ। ਤਾਂ ਇਸ ਦਾ ਕਾਰਜ ਪ੍ਰਬੰਧ ਦਾ ਪ੍ਰੈਕਟੀਕਲ ਪੱਖ ਹੈ। ਇਹ ਕਾਰਜ ਪ੍ਰਬੰਧ ਦੀ ਇੱਕ ਪਹੁੰਚ ਹੈ। ਕਿਸੇ ਵਿਸ਼ੇਸ਼ ਪੱਧਰ ਲਈ ਅਧਿਐਨ ਤੇ ਵਿਸ਼ੇਸ਼ ਕੋਰਸ ਲਈ ਇਸ ਦੀ ਵਿਧੀ ਵਰਤੋਂ ਹੁੰਦੀ ਹੈ। ਪਾਠਕ੍ਰਮ ਵਿਕਾਸ ਇੱਕ ਚੱਕਰਦਾਰ ਪ੍ਰਕਿਰਿਆ ਹੈ ਜੋ ਕਿ ਮਤਲਬ ਕਿ ਅਲੱਗ-ਅਲੱਗ ਸਮੇਂ 'ਤੇ ਸਮੇਂ ਦੀ ਜਿਹੜੀ ਲੋੜ ਹੈ ਉਸ ਦੇ ਅਨੁਸਾਰ ਇਸ ਦੇ ਵਿੱਚ ਜਿਹੜਾ ਫੇਰ ਬਦਲ ਹੈ, ਚੇਂਜ ਹੈ ਉਹ ਆਉਂਦੀ ਰਹਿੰਦੀ ਹੈ। ਤਾਂ ਇਸ ਤਰ੍ਹਾਂ ਇਸ ਦੇ ਵਿੱਚ ਕਿਸ ਤਰ੍ਹਾਂ ਪਾਠਕ੍ਰਮ ਦਾ ਜਿਹੜਾ ਉਹਦੇ ਕਰੀਕੁਲਮ ਦਾ ਕੀ ਉਦੇਸ਼ ਹੈ, ਕਿਵੇਂ ਦੇ ਟੀਚਿੰਗ ਮੈਥਡ ਯੂਜ਼ ਕਰਨੇ ਨੇ, ਜਾਂ ਇਵੈਲੂਏਸ਼ਨ ਕਿਸ ਤਰ੍ਹਾਂ ਵਿਦਿਆਰਥੀਆਂ ਦੀ ਕਰਨੀ ਹੈ, ਵਿਦਿਆਰਥੀਆਂ ਤੋਂ ਆਉਣ ਵਾਲੀ ਫੀਡਬੈਕ ਨੂੰ ਕਿਸ ਤਰ੍ਹਾਂ ਉਸ ਦੇ ਵਿੱਚ ਜਿਹੜੀ ਇੰਪਰੂਵਮੈਂਟ ਹੈ ਉਹ ਕੀਤੀ ਜਾਣੀ ਹੈ। ਤਾਂ ਇਸ ਤਰ੍ਹਾਂ ਇੱਕ ਮਤਲਬ ਕਿ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ ਜੋ ਕਿ ਪਰਿਵਰਤਨਸ਼ੀਲ ਦਿਸ਼ਾ ਦੇ ਵਿੱਚ ਚੱਲਦੀ ਹੈ। ਤਾਂ ਮੁਲਾਂਕਣ ਨਿਰਮਾਣ ਦਾ ਕੰਮ ਬੋਰਡ ਆਫ ਸਟੱਡੀਜ਼ ਵੱਲੋਂ ਕੀਤਾ ਜਾਂਦਾ ਹੈ। ਨਵੇਂ ਕੋਰਸ ਦੇ ਵਿਸ਼ੇ ਵਸਤੂ ਸੰਬੰਧੀ ਪੁਨਰ ਦਰਾਈ ਪਿੱਛੋਂ ਪਾਠਕ੍ਰਮ ਸ਼ਾਮਲ ਕੀਤੇ ਜਾਂਦੇ ਨੇ। ਤਾਂ ਐਂਡ ਦੇ ਉੱਤੇ ਮਤਲਬ ਕਿ ਜਿਹੜਾ ਪਾਠਕ੍ਰਮ ਬੁੱਕਸ ਜਿਹੜੀਆਂ ਬਣੀਆਂ ਹੁੰਦੀਆਂ ਉਹਨਾਂ ਦੇ ਵਿੱਚ ਕੋਈ ਵੀ ਦੁਹਰਾਈ ਜਾਂ ਇਸ ਤੋਂ ਇਲਾਵਾ ਕੋਈ ਵਿਸ਼ਾ ਵਸਤੂ ਜੋ ਕਿ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਉਹ ਉਸ ਦੇ ਵਿੱਚ ਜਿਹੜਾ ਸ਼ਾਮਲ ਹੈ ਉਹ ਕੀਤਾ ਜਾਂਦਾ ਹੈ। ਤਾਂ ਇਹ ਸੀਗਾ ਅੱਜ ਤੱਕ ਕਿ ਜਿਹੜਾ ਕਰੀਕੁਲਮ ਡਿਵੈਲਪਮੈਂਟ ਹੈ ਉਹ ਕੀ ਹੈ। ਥੈਂਕ ਯੂ।